परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। सीस वड्डे कर बैसण दीजै, विण सिर सेव करीजै। सीस जो हंकार है उसनू दूर करके बैठण लई जगह दईए ਅਤੇ ਬਿਨਾਂ ਹੰਕਾਰ ਰੂਪੀ ਸਿਰ ਦੇ ਸੇਵਾ ਕਰੀਏ। ਇੱਕ ਸ਼ਾਹੂਕਾਰ ਬਹੁਤ ਵੱਡਾ ਧਨੀ ਸੀ। ਉਸਦੇ ਘਰ ਸੁਭਾਗ ਪੁੱਤਰ ਸੀ, ਸੋ ਸਦਾ ਹੀ ਪਿਓ ਦੇ ਕਹੇ ਅਨੁਸਾਰ ਚੱਲਦਾ ਸੀ। ਜਦ ਸ਼ਾਹੂਕਾਰ ਮਰਨ ਲੱਗਾ ਤਾਂ ਪੁੱਤਰ ਹੱਥ ਜੋੜ ਕੇ ਕਹਿਣ ਲੱਗਾ, ਹੇ ਪਿਤਾ ਜੀ, ਕੁਝ ਸਿੱਖਿਆ ਦਿਓ। ਤਦ ਉਸਦੇ ਪਿਤਾ ਨੇ ਕਿਹਾ, ਹੇ ਪੁੱਤਰ, ਸਾਰੀ ਰਾਜਨੀਤੀ ਦਾ ਸਾਰ ਹੈ ਜੋ ਹੈ ਸੋ ਮੈਂ ਤੈਨੂੰ ਸੁਣਾਉਂਦਾ ਹਾਂ। ਸੋ ਜੇ ਤੂੰ ਉਸ ਉੱਪਰ ਚੱਲੇਗਾ ਤਾਂ ਸਦਾ ਹੀ ਸੁਖੀ ਰਹੇਗਾ। ਸੋ ਨਸੀਹਤਾਂ ਇਹ ਹਨ। ਪਹਿਲਾ, ਭੋਜਨ ਮਿੱਠਾ ਖਾਣਾ। ਦੂਸਰਾ, ਧੁੱਪੇ ਨਹੀਂ ਤੁਰਨਾ। ਤੀਸਰਾ, ਕਰਜ਼ਾ ਦੇ ਕੇ ਨਹੀਂ ਮੰਗਣਾ। ਤੇ ਚੌਥੀ ਹੈ, ਜੇ ਧਨ ਦੀ ਲੋੜ ਪਵੇ ਤਾਂ ਸਵਾ ਪਹਿਰ ਦਿਨ ਚੜ੍ਹੇ ਮਸੀਤ ਹੇਠੋਂ ਪੁੱਟ ਕੇ ਖਜ਼ਾਨਾ ਕੱਢ ਕੇ ਲੈ ਲੈਣਾ। ਅਜੇ ਇਹਨਾਂ ਚੌਹਾਂ ਗੱਲਾਂ ਦਾ ਸਿਧਾਂਤ ਅਥਵਾ ਅਰਥ ਸ਼ਾਹੂਕਾਰ ਨੇ ਪੁੱਤਰ ਨੂੰ ਨਹੀਂ ਸੀ ਦੱਸਿਆ ਕਿ ਜ਼ੁਬਾਨ ਬੰਦ ਹੋ ਗਈ ਤੇ ਮਰ ਗਿਆ। ਪੁੱਤਰ ਨੇ ਉਸਦੇ ਯਥਾਰਥ ਅਰਥ ਨਾ ਸਮਝ ਕੇ ਜੋ ਬਾਹਰਲੇ ਅਰਥ ਪ੍ਰਤੀਤ ਹੁੰਦੇ ਸਨ ਉਹ ਧਾਰਨ ਕਰ ਲਏ। ਅਰਥਾਤ ਰੋਜ਼ ਹੀ ਕੜਾਹ ਪ੍ਰਸ਼ਾਦ ਕਰ ਕਰਕੇ ਖਾਣ ਲੱਗਾ ਤੇ ਜਿਨ੍ਹਾਂ ਬਾਜ਼ਾਰਾਂ ਵਿੱਚੋਂ ਲੰਘਦਾ ਸੀ ਸਾਰੇ ਚਾਨਣੀਆਂ ਤਾਣ ਦਿੱਤੀਆਂ ਜੋ ਛਾਂ ਵਿੱਚ ਹੀ ਤੁਰਿਆ ਰਹੇ। ਜਦ ਉਹ ਮੀਂਹ ਹਨੇਰੀ ਨਾਲ ਛੇਤੀ ਪਾਟ ਜਾਣ ਤਾਂ ਹੋਰ ਬਣਵਾ ਲਵੇ। ਇਸ ਤਰ੍ਹਾਂ ਬਹੁਤ ਧਨ ਖਰਚ ਕੀਤਾ ਤੇ ਕਰਜ਼ ਜਿਸ ਨੂੰ ਦੇਵੇ ਕਿਸੇ ਪਾਸੋਂ ਨਾ ਮੰਗੇ, ਇਸ ਲਈ ਉਸ ਨੂੰ ਕੋਈ ਦੇਣ ਵੀ ਨਾ ਆਵੇ। ਹੁੰਦਿਆਂ ਹੁੰਦਿਆਂ ਸਾਰਾ ਧਨ ਮੁੱਕ ਗਿਆ। ਫਿਰ ਤੰਗ ਹੋ ਕੇ ਮਸੀਤ ਨੂੰ ਪੁੱਟਣ ਲੱਗਾ। ਜਦ ਮਸੀਤ ਪੁੱਟਣ ਲੱਗਾ ਤਾਂ ਮੁਸਲਮਾਨ ਲੋਕ ਇਕੱਠੇ ਹੋ ਗਏ ਤੇ ਉਸ ਨੂੰ ਬੰਦ ਕਰ ਦਿੱਤਾ। ਪਰ ਜਦ ਉਹ ਨਾ ਟਲਿਆ ਤਾਂ ਮੁਸਲਮਾਨਾਂ ਨੇ ਉਸ ਸ਼ਾਹੂਕਾਰ ਦੇ ਪੁੱਤਰ ਨੂੰ ਬਹੁਤ ਮਾਰਿਆ। ਕਿਸੇ ਹਿੰਦੂ ਨੇ ਵੀ ਮਦਦ ਨਾ ਕੀਤੀ ਕਿਉਂਕਿ ਮਾਮਲਾ ਮਜ਼ਹਬੀ ਸੀ। ਔੜਕ ਸੱਟਾਂ ਖਾ ਕੇ ਘਰ ਆ ਕੇ ਲੰਮਾ ਪੈ ਗਿਆ ਤੇ ਟਕੋਰਾਂ ਕਰਨ ਲੱਗਾ। ਸਬੱਬ ਨਾਲ ਇਸ ਦੇ ਪਿਤਾ ਮਿੱਤਰ ਇੱਕ ਸ਼ਾਹੂਕਾਰ ਜੋ ਦੂਸਰੇ ਦੇਸ਼ ਵਿੱਚ ਰਹਿਣ ਵਾਲਾ ਸੀ ਇਸ ਸ਼ਹਿਰ ਵਿੱਚ ਆਇਆ ਤੇ ਇਸ ਸ਼ਾਹੂਕਾਰ ਦਾ ਨਾਮ ਪੁੱਛਿਆ ਤਾਂ ਲੋਕਾਂ ਨੇ ਕਿਹਾ, ਜੀ ਉਹ ਤਾਂ ਕਾਲਵਸ ਹੋ ਗਏ ਹਨ ਔਰ ਉਹਨਾਂ ਦਾ ਜੋ ਪੁੱਤਰ ਹੈ ਉਹ ਹਲੇ ਜਿਉਂਦਾ ਹੈ ਪਰ ਮੋਇਆ ਨਾਲੋਂ ਵੀ ਪਰਲੇ ਪਾਰ ਹੈ, ਕਿਉਂਕਿ ਉਹ ਸਾਰਾ ਧਨ ਗਵਾ ਕੇ ਹੁਣ ਮਾਰ ਖਾਂਦਾ ਫਿਰਦਾ ਹੈ। ਸ਼ਾਹੂਕਾਰ ਦੇ ਮਿੱਤਰ ਨੇ ਮਨ ਵਿੱਚ ਕਿਹਾ, ਉਹ ਇਤਨਾ ਵੱਡਾ ਸ਼ਾਹੂਕਾਰ ਸੀ ਜਿਸ ਦਾ ਧਨ ਕਈ ਪੁਸ਼ਤਾਂ ਤੱਕ ਵੀ ਮੁੱਕਣ ਵਾਲਾ ਨਹੀਂ ਸੀ। ਕਾਰਨ ਕੀ ਹੋ ਗਿਆ ਜੋ ਇਤਨੀ ਛੇਤੀ ਕੰਗਾਲ ਹੋ ਗਿਆ? ਚੱਲ ਕੇ ਉਸ ਨੂੰ ਮਿਲ ਕੇ ਪੁੱਛਦੇ ਹਾਂ। ਤਦ ਉਹ ਸ਼ਾਹੂਕਾਰ ਦਾ ਮਿੱਤਰ ਇਸ ਸ਼ਾਹੂਕਾਰ ਦੇ ਪੁੱਤਰ ਦੇ ਪਾਸ ਆਇਆ ਤੇ ਆ ਕੇ ਉਸ ਤੋਂ ਦੁੱਖ ਪਾਉਣ ਦਾ ਕਾਰਨ ਪੁੱਛਿਆ। ਤਦ ਸ਼ਾਹੂਕਾਰ ਦੇ ਪੁੱਤਰ ਨੇ ਆਪਣਾ ਸਾਰਾ ਹਾਲ, ਜੋ ਕੁਝ ਸ਼ੁਰੂ ਤੋਂ ਆਖਰ ਤੱਕ ਗੁਜ਼ਰਿਆ ਸੀ, ਉਹ ਕਹਿ ਕੇ ਸੁਣਾਇਆ ਤੇ ਆਪਣੇ ਪਿਤਾ ਦੀਆਂ ਸਿੱਖਿਆਵਾਂ ਵੀ ਸੁਣਾਈਆਂ ਤੇ ਕਿਹਾ, ਇਹਨਾਂ ਸਿੱਖਿਆਵਾਂ ਨੇ ਹੀ ਮੈਨੂੰ ਇਸ ਦੁਰਗਤੀ ਤੱਕ ਪਹੁੰਚਾਇਆ ਹੈ। ਸ਼ਾਹੂਕਾਰ ਦੇ ਮਿੱਤਰ ਨੇ ਜਦ ਸਾਰਾ ਹਾਲ ਸੁਣਿਆ ਤਾਂ ਸ਼ਾਹੂਕਾਰ ਦੇ ਪੁੱਤਰ ਨੂੰ ਕਿਹਾ, ਇਹ ਤੁਹਾਡੀ ਭੁੱਲ ਹੋਈ ਹੈ ਜੋ ਤੁਸੀਂ ਇਹਨਾਂ ਬਾਤਾਂ ਦੇ ਅੰਤਰੀ ਭਾਵ ਨੂੰ ਨਹੀਂ ਸੋਚਿਆ ਤੇ ਜੋ ਬਾਹਰਲੇ ਅਰਥ ਸਨ ਉਹਨਾਂ ਉੱਪਰ ਹੀ ਭੁੱਲੇ ਰਹੇ। ਇਸੇ ਕਾਰਨ ਤੂੰ ਇੰਨਾ ਦੁੱਖ ਪਾਇਆ। ਇਹਨਾਂ ਸਿੱਖਿਆਵਾਂ ਦਾ ਅਸਲ ਭਾਵ ਇਹ ਹੈ ਜੋ ਮੈਂ ਆਪ ਨੂੰ ਹੁਣ ਦੱਸਣ ਲੱਗਾ ਹਾਂ। ਪਹਿਲੇ ਜੋ ਤੇਰੇ ਪਿਤਾ ਨੇ ਇਹ ਕਿਹਾ ਕਿ ਮਿੱਠਾ ਖਾਣਾ, ਸੋ ਇਸ ਦਾ ਮਤਲਬ ਇਹ ਸੀ ਕਿ ਜਦ ਚੰਗੀ ਤਰ੍ਹਾਂ ਭੁੱਖ ਲੱਗੇ ਤਦ ਖਾਣਾ, ਕਿਉਂਕਿ ਭੁੱਖ ਵੇਲੇ ਜੋ ਖਾਧਾ ਜਾਏ ਉਹ ਸਵਾਦੀ ਹੁੰਦਾ ਹੈ। ਦੂਸਰਾ, ਜੋ ਛਾਵੇਂ ਚੱਲਣਾ ਕਿਹਾ ਸੀ,
ਸੋ ਇਹ ਮਤਲਬ ਸੀ ਕਿ ਸੂਰਜ ਤੋਂ ਪਹਿਲਾਂ ਹੱਟੀ ਪਹੁੰਚ ਜਾਣਾ ਔਰ ਸੂਰਜ ਛਿਪੇ ਹੱਟੀਓਂ ਘਰ ਨੂੰ ਆਉਣਾ, ਅਰਥਾਤ ਦਿਨ ਦੀ ਧੁੱਪ ਤੋਂ ਬਚੇ ਰਹਿਣਾ। ਤੀਸਰਾ, ਜੋ ਇਹ ਕਿਹਾ ਕਿ ਕਰਜ਼ਾ ਦੇ ਕੇ ਕਿਸੇ ਤੋਂ ਮੰਗਣਾ ਨਹੀਂ, ਇਸ ਦਾ ਇਹ ਮਤਲਬ ਸੀ ਕਿ ਜਿਸ ਨੂੰ ਕਰਜ਼ਾ ਦੇਣਾ ਉਸ ਪਾਸੋਂ ਜੇਵਰ ਰੱਖ ਲੈਣਾ ਅਥਵਾ ਕੋਈ ਹੋਰ ਚੀਜ਼ ਗਿਰਵੀ ਰੱਖ ਲੈਣੀ ਤਾਂ ਦੇਣਾ, ਬਿਨਾਂ ਚੀਜ਼ ਰੱਖੇ ਦੇ ਬਿਲਕੁਲ ਨਾ ਦੇਣਾ। ਤੇ ਚੌਥਾ, ਜੋ ਮਸੀਤ ਹੇਠੋਂ ਸਵਾ ਪਹਿਰ ਦਿਨ ਚੜੇ ਪਰ ਖਜ਼ਾਨਾ ਪੁੱਟਣਾ ਕਿਹਾ, ਸੋ ਜਿਸ ਵਕਤ ਸਵਾ ਪਹਿਰ ਦਿਨ ਚੜੇ ਤੁਹਾਡੇ ਘਰ ਵਿੱਚ ਮਸੀਤ ਦਾ ਪਰਛਾਵਾਂ ਪਵੇ, ਉਸ ਜਗ੍ਹਾ ਨੂੰ ਪੁੱਟੋ, ਧਨ ਦੀ ਪ੍ਰਾਪਤੀ ਹੋਵੇਗੀ। ਦੂਸਰੇ ਦਿਨ ਜਦ ਸ਼ਾਹੂਕਾਰ ਦੇ ਪੁੱਤਰ ਦੇ ਘਰ ਵਿੱਚ ਮਸੀਤ ਦਾ ਪਰਛਾਵਾਂ ਆਇਆ ਤਾਂ ਉੱਥੋਂ ਪੁਟਾਉਣਾ ਆਰੰਭ ਕੀਤਾ। ਅਜੇ ਥੋੜਾ ਹੀ ਪੁਟਾਇਆ ਸੀ ਕਿ ਉਸ ਦੇ ਹੇਠੋਂ ਬੇਅੰਤ ਧਨ ਅਤੇ ਖਜ਼ਾਨਾ ਨਿਕਲਿਆ, ਜਿਸ ਨੂੰ ਲੈ ਕਰਕੇ ਉਹ ਸ਼ਾਹੂਕਾਰ ਲੜਕਾ ਆਪਣੇ ਪਿਤਾ ਦੀਆਂ ਦਸੀਆਂ ਸਿੱਖਿਆਵਾਂ ਤੇ ਤੁਰਨ ਲੱਗਾ ਤੇ ਥੋੜੇ ਸਮੇਂ ਵਿੱਚ ਫਿਰ ਉਸੇ ਪ੍ਰਕਾਰ ਹੀ ਬਹੁਤ ਵੱਡਾ ਸ਼ਾਹੂਕਾਰ ਬਣ ਗਿਆ। ਸੋ ਸਾਧ ਸੰਗਤ ਜੀ, ਇਸ ਸਾਖੀ ਦਾ ਤਾਤਪਰਿਆ ਇਹ ਹੈ ਕਿ ਜਿਸ ਤਰ੍ਹਾਂ ਸ਼ਾਹੂਕਾਰ ਦੇ ਬਚਨਾਂ ਦਾ ਪ੍ਰਤੱਖ ਅਰਥ ਹੋਰ ਸੀ ਔਰ ਅੰਤਰ ਭਾਵ ਹੋਰ ਸੀ, ਇਸੇ ਪ੍ਰਕਾਰ ਇੱਥੇ ਅੱਖਰਾਂ ਦਾ ਅਰਥ ਹੋਰ ਹੈ ਪਰ ਅੰਤਰੀ ਭਾਵ ਸੀਸ ਵੱਢਣ ਦਾ ਹੰਕਾਰ ਦੀ ਨਿਵਰਤੀ ਵਿੱਚ ਹੈ, ਅਰਥਾਤ ਸਾਨੂੰ ਨਿਰਅਭਿਮਾਨ ਹੋ ਕੇ ਸੇਵਾ ਕਰਨੀ ਚਾਹੀਦੀ ਹੈ। ਸ਼੍ਰੀ ਕਬੀਰ ਜੀ ਇੱਕ ਦਿਨ ਆਪਣੇ ਧਿਆਨ ਵਿੱਚ ਬੈਠ ਰਹੇ ਸਨ ਕਿ ਇੱਕ ਸਿੱਖ ਜੋ ਇਹਨਾਂ ਦੀ ਬੜੀ ਸੇਵਾ ਕਰਦਾ ਸੀ ਪਾਸ ਆ ਕੇ ਪੁੱਛਣ ਲੱਗਾ, ਮਹਾਰਾਜ ਜੀ, ਹਰੀ ਦੇ ਜਿਹੜੇ ਸੇਵਕ ਹਨ ਉਹਨਾਂ ਦੇ ਕੀ ਲੱਛਣ ਹਨ? ਇਸ ਸੇਵਕ ਨੂੰ ਆਪਣੀ ਸੇਵਾ ਦਾ ਵੱਡਾ ਅਭਿਮਾਨ ਸੀ ਤੇ ਇਹ ਚਾਹੁੰਦਾ ਸੀ ਜੋ ਸਭਨਾਂ ਦੇ ਰੂਬਰੂ ਮੇਰੀ ਬੜੀ ਸਲਾਹਤਾ ਹੋਵੇ, ਤੇ ਕਬੀਰ ਜੀ ਤੋਂ ਪੁੱਛਣ ਦਾ ਵੀ ਇਸ ਦਾ ਇਹੋ ਪ੍ਰਯੋਜਨ ਸੀ ਕਿ ਕਬੀਰ ਜੀ ਕਹਿ ਦੇਣ ਕਿ ਜੈਸਾ ਤੂੰ ਹੈ ਐਸੇ ਹੀ ਹਰੀ ਦੇ ਸੇਵਕ ਹੁੰਦੇ ਹਨ। ਕਬੀਰ ਜੀ ਉਸ ਦੇ ਅੰਤਰ ਦੀ ਬਾਤ ਨੂੰ ਸਮਝ ਗਏ ਤੇ ਕਹਿਣ ਲੱਗੇ ਕਿ ਸੇਵਕ ਨਿਰਅਭਿਮਾਨ ਹੋਣਾ ਚਾਹੀਦਾ, ਅਰਥਾਤ ਆਪ ਗਵਾਈਆ ਤਾਂ ਸੌ ਪਾਈਐ। ਆਪਣਾ ਹੰਕਾਰ ਜੋ ਗਵਾਵੇ ਸੋ ਹਰੀ ਸੇਵਕ ਹੋ ਸਕਦਾ ਹੈ ਔਰ ਉਸ ਦਾ ਬੜਾ ਦਰਜਾ ਹੈ। ਇਹ ਸੁਣ ਕੇ ਅਭਿਮਾਨੀ ਸੇਵਕ ਨੇ ਕਿਹਾ, ਭਲਾ ਜੀ, ਜੇਕਰ ਰਸਤੇ ਦੇ ਰੋੜਿਆਂ ਵਾਂਗ ਨਿਮਾਣੇ ਹੋ ਰਹੀਏ, ਅਰਥਾਤ ਹਰੇਕ ਦੇ ਪੈਰਾਂ ਤਲੇ ਰਹੀਏ, ਤਾਂ ਪਰਮਾਤਮਾ ਦੇ ਸੇਵਕ ਹੋ ਸਕੀਦਾ ਹੈ। ਇਹ ਸੁਣ ਕੇ ਕਬੀਰ ਜੀ ਨੇ ਕਿਹਾ, ਭਾਈ ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ। ਜੇਕਰ ਰੋੜਾ ਹੋ ਜਾਏਗਾ ਤਾਂ ਕੀ ਬਣਾ ਲਵੇਂਗਾ, ਸਗੋਂ ਰਾਹੀਆਂ ਦੇ ਪੈਰਾਂ ਵਿੱਚ ਚੁੱਭ ਕੇ ਦੁੱਖ ਹੀ ਦਵੇਂਗਾ। ਤਦ ਅਭਿਮਾਨੀ ਸੇਵਕ ਨੇ ਕਿਹਾ, ਭਲਾ ਜੀ, ਤੁਹਾਡੇ ਹਿਸਾਬ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ, ਮਿੱਟੀ ਖੇ ਬਣ ਜਾਈਏ ਤਾਂ ਚੰਗਾ ਹੈ। ਤਦ ਸ਼੍ਰੀ ਕਬੀਰ ਜੀ ਨੇ ਫਰਮਾਇਆ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ। ਜੇਕਰ ਖੇ ਹੋ ਗਈ ਤਾਂ ਵੀ ਕਿਆ ਫਾਇਦਾ ਹੈ। ਜਦ ਲੋਕ ਤੁਰਦੇ ਹਨ ਤਾਂ ਉੱਡ ਉੱਡ ਕੇ ਕੱਪੜਿਆਂ ਅਥਵਾ ਸਰੀਰ ਤੇ ਘੱਟਾ ਪੈਂਦਾ ਹੈ। ਇਸ ਲਈ ਖੇ ਬਣਨ ਨਾਲ ਵੀ ਹਰੀ ਦੇ ਸੇਵਕ ਨਹੀਂ ਬਣ ਸਕੀਦਾ। ਤਾਂ ਅਭਿਮਾਨੀ ਸੇਵਕ ਨੇ ਕਿਹਾ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਜੀ, ਜੇਕਰ ਪਾਣੀ ਵਾਂਗੂ ਕੋਮਲ ਸੁਭਾਅ ਬਣ ਜਾਈਏ, ਅਰਥਾਤ ਪਾਣੀ ਨੂੰ ਭਾਵੇਂ ਕਿਤੇ ਵਰਤ ਲਓ, ਸਭ ਨੂੰ ਮਦਦ ਦੇ ਦੇਵੇਗਾ, ਆਪਣਾ ਆਪ ਕੁਝ ਨਾ ਜਣਾਵੇਗਾ। ਜੇ ਮਿੱਠੇ ਵਿੱਚ ਪਾ ਦਿਓ ਤਾਂ ਮਿੱਠਾ, ਤੇ ਜੇ ਕੌੜੇ ਵਿੱਚ ਪਾ ਦਿਓ ਤਾਂ ਕੌੜਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇ ਸੇਵਕ ਬਣ ਜਾਵੇ ਤਾਂ ਠੀਕ ਹਰ ਦਾ ਰੂਪ ਹੋ ਸਕਦਾ ਹੈ ਕਿ ਨਹੀਂ। ਇਸ ਤੇ ਕਬੀਰ ਜੀ ਨੇ ਕਿਹਾ, ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਜੇਕਰ ਪਾਣੀ ਵੀ ਹੋ ਗਿਆ ਤਦ ਵੀ ਕਿਹਾ ਹੈ, ਕਦੇ ਗਰਮ ਹੁੰਦਾ ਹੈ ਔਰ ਕਦੇ ਸਰਦ ਹੁੰਦਾ ਹੈ, ਅਰਥਾਤ ਸਿਆਲ ਦੀ ਬਹਾਰੇ ਪਾਣੀ ਦੇ ਨੇੜੇ ਟੁਕਣਾ ਵੀ ਪਾਪ ਮਲੂਮ ਹੁੰਦਾ ਹੈ। ਸੋ ਪਾਣੀ ਵੀ ਹਰ ਦੇ ਸੇਵਕ ਦਾ ਦਰਜਾ ਨਹੀਂ ਲੈ ਸਕਦਾ। ਜਦ ਕਬੀਰ ਜੀ ਨੇ ਇਸ ਪ੍ਰਕਾਰ ਉਸ ਅਭਿਮਾਨੀ ਸੇਵਕ ਦੀਆਂ ਸਾਰੀਆਂ ਗੱਲਾਂ ਦਾ ਖੰਡਨ ਕਰ ਦਿੱਤਾ, ਤਦ ਸੇਵਕ ਨੇ ਕਿਹਾ, ਜੀ ਫਿਰ ਤੁਸੀਂ ਹੀ ਦੱਸ ਦਿਓ
ਕਿ ਹਰੀ ਦਾ ਸੇਵਕ ਕਿਹੋ ਜਿਹਾ ਚਾਹੀਦਾ ਹੈ, ਤਾਂ ਸ਼੍ਰੀ ਕਬੀਰ ਜੀ ਨੇ ਫਰਮਾਇਆ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਭਾਈ ਸਿੱਖਾ, ਹਰ ਦਾ ਜਿਹੜਾ ਜਨ ਹੈ ਉਸ ਨੂੰ ਹਰੀ ਪਰਮਾਤਮਾ ਵਰਗੇ ਗੁਣ ਧਾਰਨ ਕਰਨੇ ਚਾਹੀਦੇ ਹਨ, ਕਿਉਂਕਿ ਹਰੀ ਤੇ ਹਰੀ ਦੇ ਸੇਵਕਾਂ ਵਿੱਚ ਕੁਝ ਭੇਦ ਨਹੀਂ। ਜਿਉਂ ਜਲ ਤਰੰਗ ਉਠੇ ਬਹੁ ਭਾਤੀ, ਫਿਰ ਸਲਲੇ ਸਲਲ ਸਮਾਏਂਦਾ। ਇਸ ਲਈ ਗੁਰੂ ਜੀ ਨੇ ਕਥਨ ਕੀਤਾ ਹੈ ਕਿ ਹਰ ਕਾ ਸੇਵਕ ਸੋ ਹਰ ਜੇਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।